ਸਤਿ ਸ਼੍ਰੀ ਅਕਾਲ। ਮੇਰੀ ਪਰਮਾਤਮਾ ਅੱਗੇ ਦੁਆ ਹੈ ਸਾਨੂੰ ਸਦੀਵੀ ਵਿਛੋੜਾ ਦੇ ਗਈ ਇਹਨਾਂ ਰੂਹਾਂ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰ ਇਸ ਦੇ ਨਾਲ ਹੀ ਮੇਰੇ ਲਈ ਇਹ ਬੜੀ ਹੈਰਾਨੀਜਨਕ ਅਤੇ ਹਾਸੋਹੀਣੀ ਗੱਲ ਹੈ ਕਿ ਇੱਕ ਪਾਸੇ ਅਸੀਂ ਇਹਨਾਂ ਦੇ ਬਹੁਤ ਵੱਡੇ ਫੈਨ ਹਾਂ, ਸਿਰਫ ਅਤੇ ਸਿਰਫ ਇਹਨਾਂ ਦੇ ਗਿਆਨ ਕਰਕੇ, ਅਤੇ ਦੂਜੇ ਪਾਸੇ ਅਸੀਂ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੀ ਮੌਤ ਦੀ ਤਾਰੀਖ ਦੇ ਜੋੜ ਘਟਾਅ ਜਿਹੇ ਤੁੱਛ ਮਿਥਕਾਂ ਦੇ ਵਿੱਚ ਫਸੇ ਹੋਏ ਹਾਂ। ਸੋ ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਿੱਧੂ ਦੇ 295 ਗੀਤ ਦਾ ਸੱਚ ਸਾਹਮਣੇ ਲੈ ਕੇ ਆਉਣਾ, ਤਾਂ ਜੋ ਤੁਸੀਂ ਹਿੰਦੁਸਤਾਨ ਦੇ ਧਾਰਮਿਕ ਕਾਨੂੰਨ ਦੀ ਇਸ ਧਾਰਾ ਨੂੰ ਸਮਝਦੇ ਹੋਏ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਅਜਿਹੀ ਗਲਤੀ ਨਾ ਕਰ ਬੈਠੋ ਜਿਸ ਕਰਕੇ ਤੁਹਾਨੂੰ ਵੀ ਸਿੱਧੂ ਵਾਂਗ 295 ਦਾ ਸ਼ਿਕਾਰ ਹੋਣਾ ਪਵੇ। ਇਸ ਕਹਾਣੀ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਸਿੱਧੂ ਮੂਸੇਵਾਲੇ ਵੱਲੋਂ ਅੜਬ ਮੁਟਿਆਰਾਂ ਨਾਂ ਦੀ ਫਿਲਮ ਦੇ ਵਿੱਚ ਜੱਟੀ ਜਿਉਣੇ ਮੋੜ ਵਰਗੀ ਨਾਮ ਦੇ ਗੀਤ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਤੁਲਨਾ ਅੱਜ ਦੀ ਮਾਡਰਨ ਕੁੜੀ ਨਾਲ ਕੀਤੀ ਜਾਂਦੀ ਹੈ। ਮਾਈ ਭਾਗੋ ਜੀ ਨੂੰ ਸਿੱਖ ਇਤਿਹਾਸ ਵਿੱਚ ਸਨਮਾਨਜਨਕ ਮੰਨਿਆ ਜਾਂਦਾ ਹੈ, ਜਿਸ ਕਰਕੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਭਾਵਨਾਵਾਂ ਨੂੰ ਠੇਸ ਲੱਗੀ ਅਤੇ ਸਿੱਧੂ ਦੇ ਅਗੇਂਸਟ ਸ਼ਿਕਾਇਤ ਦਰਜ ਹੋਈ। ਪਰ ਜਿੰਨੀ ਕੁ ਰਿਸਰਚ ਮੈਂ ਕੀਤੀ ਹੈ, 295 ਦਾ ਦਰਜਾ 295 ਦਾ ਜੋ ਪਰਚਾ ਹੈ, ਦਰਜ ਹੋਣ ਤੋਂ ਪਹਿਲਾਂ ਹੀ ਸਿੱਧੂ ਵੱਲੋਂ ਅਕਾਲ ਤਖਤ ਤੋਂ ਮਾਫੀ ਮੰਗ ਲਈ ਗਈ। ਇਹ ਪਰਚਾ ਸਿਰਫ ਸਿੱਧੂ ਨਹੀਂ, ਹੋਰ ਵੀ ਅੱਜ ਦੀ ਨਾਮਵਰ ਸ਼ਖਸੀਅਤਾਂ 'ਤੇ ਦਰਜ ਹੋ ਚੁੱਕਾ ਹੈ, ਜਿਵੇਂ ਕਿ ਕਿੱਕੂ ਸ਼ਾਰਦਾ ਜੀ, ਜੋ ਕਿ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਕੰਮ ਕਰਦੇ ਨੇ, ਅਤੇ ਉਹਨਾਂ ਵੱਲੋਂ ਰਾਮ ਰਹੀਮ ਜੀ ਦੀ ਐਕਟਿੰਗ ਕੀਤੀ ਗਈ ਸੀ। ਸੋ ਉਹਨਾਂ 'ਤੇ ਵੀ 295 ਦਾ ਪਰਚਾ ਜੋ ਹੈ ਉਹ ਦਰਜ ਕੀਤਾ ਗਿਆ ਸੀ। ਸੋ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਜਾਣੇ ਅਣਜਾਣੇ ਵਿੱਚ ਬੋਲੇ ਗਏ ਆਪਣੇ ਅਪ ਸ਼ਬਦਾਂ ਕਰਕੇ ਜੇਲ੍ਹ ਜਾਣ ਤੋਂ ਬਚਾ ਸਕਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਮੰਨਿਆ ਗਿਆ ਹੈ, ਭਾਵ ਸਰਕਾਰ ਦਾ ਕੋਈ ਧਰਮ ਨਹੀਂ ਹੋਏਗਾ, ਉਸ ਵੱਲੋਂ ਸਭ ਧਰਮਾਂ ਨੂੰ ਇੱਕ ਸਮਾਨ ਮੰਨਿਆ ਜਾਏਗਾ ਅਤੇ ਸਭ ਧਰਮਾਂ ਨੂੰ ਇੱਕੋ ਜਿਹੀ ਆਜ਼ਾਦੀ ਦਿੱਤੀ ਜਾਵੇਗੀ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ, ਆਪਣੀ ਧਾਰਮਿਕ ਸੰਸਥਾਵਾਂ ਨੂੰ ਸਥਾਪਿਤ ਕਰਨ ਦੀ ਅਤੇ ਉਹਨਾਂ ਸੰਸਥਾਵਾਂ ਦਾ ਮੈਨੇਜਮੈਂਟ ਕਰਨ ਦੀ। ਕਿਸੇ ਵੀ ਵਿਅਕਤੀ 'ਤੇ ਕੋਈ ਵੀ ਧਰਮ ਥੋਪਿਆ ਨਹੀਂ ਜਾ ਸਕਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਦੇ ਵਿੱਚ ਧਰਮ ਕਿਸੇ ਵਿਅਕਤੀ ਦੇ ਜੀਵਨ ਦਾ ਜ਼ਰੂਰੀ ਅੰਗ ਹੈ, ਅਤੇ ਜਦੋਂ ਪੰਥ ਦਾ ਅਪਮਾਨ ਕੀਤਾ ਜਾਵੇ ਤਾਂ ਉਸ ਨੂੰ ਹਿੰਦੁਸਤਾਨ 'ਚ ਆਪਣੇ ਵਜੂਦ ਦਾ ਅਪਮਾਨ ਮੰਨਿਆ ਜਾਂਦਾ ਹੈ। ਅਤੇ ਧਰਮ ਲਈ ਇਸ ਕੱਟੜਤਾ ਕਰਕੇ ਹੀ ਸਾਡੇ ਸਮਾਜ ਵਿੱਚ ਲੋਕ ਇੱਕ ਦੂਜੇ ਨੂੰ ਮਾਰਨ ਮਰਾਉਣ ਲਈ ਵੀ ਤਿਆਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਆਪਣੇ ਧਰਮ ਦਾ ਅਪਮਾਨ ਹੋਣ ਤੋਂ ਹੀ ਨਹੀਂ ਰੋਕ ਸਕੇ ਤਾਂ ਸਾਨੂੰ ਜਿਉਣ ਦਾ ਵੀ ਕੋਈ ਫਾਇਦਾ ਨਹੀਂ। ਇਸੇ ਲਈ ਭਾਰਤ ਵਿੱਚ ਕੁਝ ਅਜਿਹੇ ਕਾਨੂੰਨ ਬਣਾਉਣੇ ਜ਼ਰੂਰੀ ਹੋ ਜਾਂਦੇ ਹਨ ਕਿ ਲਾਅ ਐਂਡ ਆਰਡਰ ਬਣਾਏ ਰੱਖਣ ਲਈ ਕਿਸੇ ਵੀ ਵੱਲੋਂ ਕਿਸੇ ਹੋਰ ਦੇ ਧਰਮ ਦਾ ਨਿਰਾਦਰ ਨਾ ਕੀਤਾ ਜਾ ਸਕੇ। ਸੋ ਸ਼ੁਰੂਆਤ ਧਾਰਾ 295 ਤੋਂ ਕਰਦੇ ਹਾਂ। ਧਾਰਾ 295 ਕਹਿੰਦੀ ਹੈ ਕਿ ਜਦੋਂ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਪਤਾ ਹੈ ਕਿ ਕਿਸੇ ਦੂਜੇ ਵਰਗ ਵੱਲੋਂ ਕਿਸੇ ਵਸਤੂ ਜਾਂ ਸਥਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਉਸ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਜਾਣ ਬੂਝ ਕੇ ਇਸ ਇਰਾਦੇ ਨਾਲ ਕਿ ਦੂਜਾ ਵਰਗ ਆਹਤ ਹੋਵੇ, ਹਰਟ ਹੋਵੇ, ਉਸ ਪਵਿੱਤਰ ਵਸਤੂ ਜਾਂ ਸਥਾਨ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਤਾਂ ਧਾਰਾ 295 ਅਨੁਸਾਰ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਜਿਵੇਂ ਕਿ ਤੁਸੀਂ ਮਹਿੰਦਰ ਸਿੰਘ ਧੋਨੀ ਜੀ ਦਾ ਜੋ ਇੱਕ ਫੋਟੋਗ੍ਰਾਫ ਹੈ ਬਿਜ਼ਨਸ ਟੂਡੇ ਦੇ ਵਿੱਚ ਛਪਿਆ ਸੀ, ਸੋ ਇਹਨਾਂ ਦੇ ਉੱਤੇ ਵੀ ਜੋ ਹੈ ਧਾਰਾ 295 ਲਾਗੂ ਹੋਈ ਸੀ। ਸਰਲ ਸ਼ਬਦਾਂ ਵਿੱਚ ਜੇਕਰ ਕਿਸੇ ਵਿਅਕਤੀ ਦੁਆਰਾ ਕਿਸੇ ਧਰਮ ਦੇ ਅਪਮਾਨ ਕਰਨ ਦੇ ਇਰਾਦੇ ਨਾਲ ਕੋਈ ਅਜਿਹਾ ਕੰਮ ਕੀਤਾ ਜਾਂਦਾ ਜਿਸ ਦੇ ਨਤੀਜੇ ਵਜੋਂ ਕਿਸੇ ਵੀ ਧਰਮ ਦੇ ਜੋ ਪੂਜਾ ਸਥਾਨ ਜਾਂ ਵਸਤੂ ਜਿਸ ਨੂੰ ਕਿਸੇ ਵੀ ਧਰਮ ਦੇ ਦੁਆਰਾ ਪਵਿੱਤਰ ਘੋਸ਼ਿਤ ਕੀਤਾ ਗਿਆ ਦੀ ਬਦਨਾਮੀ ਅਤੇ ਤਬਾਹੀ ਹੁੰਦੀ ਹੈ, ਤਾਂ ਉਹ ਵਿਅਕਤੀ ਧਾਰਾ 295 ਦੇ ਤਹਿਤ ਕੈਦ 2 ਸਾਲ ਦੀ ਕੈਦ ਹੈ ਜਾਂ ਜੁਰਮਾਨਾ ਜਾਂ ਦੋਵਾਂ ਲਈ ਜ਼ਿੰਮੇਵਾਰ ਹੋਏਗਾ। ਅਗਲੀ ਧਾਰਾ ਜੋ ਅਸੀਂ ਪੜ੍ਹਨੀ ਹੈ ਉਹ ਹੈ 297। ਧਾਰਾ 297 ਵੀ 295 ਨਾਲ ਮਿਲਦੀ ਜੁਲਦੀ ਹੈ, ਬਸ 295 ਵਿੱਚ ਅਪਮਾਨ ਸਿਰਫ ਇੱਕ ਵਿਅਕਤੀ ਜਾਂ ਸਮੂਹ ਵੱਲੋਂ ਹੋ ਰਿਹਾ ਸੀ, ਲੇਕਿਨ 297 ਵਿੱਚ ਸਿਰਫ ਇੱਕ ਵਿਅਕਤੀ ਵੱਲੋਂ ਹੀ ਅਪਮਾਨ ਦਾ
ਜ਼ਿਕਰ ਹੋ ਰਿਹਾ ਹੈ। ਤੇ ਪੂਜਾ ਸਥਾਨ ਤੋਂ ਇਲਾਵਾ ਸੰਸਕਾਰ ਵਾਲੀ ਥਾਂ ਸ਼ਬਦ ਜੋ ਹੈ ਇੱਕ ਨਵੀਂ ਐਡੀਸ਼ਨ ਹੈ। ਬਿਲਕੁਲ 295 ਵਾਂਗ ਹੀ 297 ਵਿੱਚ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣ-ਬੁੱਝ ਕੇ ਹੀ ਕਿਸੇ ਧਾਰਮਿਕ ਸਥਾਨ ਜਾਂ ਸੰਸਕਾਰ ਵਾਲੀ ਜਗ੍ਹਾ ਤੇ ਟਰੇਸ ਪਾਸ ਕੀਤਾ ਜਾਂਦਾ ਹੈ। ਟਰੇਸ ਪਾਸ ਤੋਂ ਭਾਵ ਹੈ ਬਿਨਾਂ ਮਨਜ਼ੂਰੀ ਦੇ ਐਂਟਰੀ ਕਰਨਾ। ਸੋ ਬਿਨਾਂ ਮਨਜ਼ੂਰੀ ਦੇ ਐਂਟਰੀ ਕਰਨਾ, ਟਰੇਸ ਪਾਸ ਕਰਨਾ ਵੀ ਆਪਣੇ ਆਪ ਵਿੱਚ ਇੱਕ ਜੁਰਮ ਹੈ ਜੋ ਧਾਰਾ 297 ਦੇ ਵਿੱਚ ਲਿਖਿਆ ਗਿਆ ਹੈ। ਜਿਵੇਂ ਕੁਝ ਮਹੀਨੇ ਪਹਿਲੇ ਦਰਬਾਰ ਸਾਹਿਬ 'ਚ ਇੱਕ ਵਿਅਕਤੀ ਜੋ ਹੈ ਉਹ ਗ੍ਰਿਲਸ ਕ੍ਰੋਸ ਕਰਕੇ ਪਵਿੱਤਰ ਸਰੂਪ ਦੇ ਨੇੜੇ ਪਹੁੰਚਣਾ ਚਾਹ ਰਿਹਾ ਸੀ ਤਾਂ ਉਸ 'ਤੇ 297 ਹੀ ਲੱਗਣੀ ਸੀ। ਜਾਂ ਫਿਰ ਕਿਸੇ ਪੀਰ ਦੀ ਸਮਾਧ ਨੂੰ ਖੁਰਦ-ਬੁਰਦ ਕਰਕੇ ਪਵਿੱਤਰ ਸਰੀਰ ਨੂੰ ਨੁਕਸਾਨ ਦੀ ਕੋਸ਼ਿਸ਼ ਜੋ ਹੈ ਉਹ ਵੀ 297 ਦੇ ਅਧੀਨ ਜੋ ਹੈ ਉਹ ਸਜ਼ਾਯੋਗ ਹੋਏਗੀ, ਜਿਸ ਵਿੱਚ 1 ਸਾਲ ਦੀ ਕੈਦ ਹੋ ਸਕਦੀ ਹੈ ਜਾਂ ਜੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਵੀ ਹੋ ਸਕਦੇ ਨੇ। ਪਰ ਫਿਰ ਵੀ ਇਹਨਾਂ ਦੋਨਾਂ ਧਾਰਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਇਸ ਦੇ ਕੁਝ ਬੇਸਿਕ ਸ਼ਬਦ ਸਮਝਣੇ ਜ਼ਿਆਦਾ ਜ਼ਰੂਰੀ ਹਨ ਜੋ ਤੁਹਾਡੀ ਬੋਲਣ ਦੀ ਆਜ਼ਾਦੀ ਖੋਹਣ ਤੋਂ ਰੋਕਦੇ ਹਨ। ਪਹਿਲਾ ਸ਼ਬਦ ਹੈ ਇਰਾਦਾ ਜਾਂ ਗਿਆਨ, ਭਾਵ ਕਿਸੇ ਦਾ ਦਿਲ ਦੁਖਾਉਣ ਦੀ ਮਨਸ਼ਾ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਇਸ ਗੱਲ ਤੋਂ ਬੇਖਬਰ ਸੀ ਕਿ ਮੇਰੇ ਸ਼ਬਦਾਂ ਜਾਂ ਕਰਮਾਂ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਜਾਂ ਉਸ ਨੂੰ ਦੁੱਖ ਲੱਗ ਸਕਦਾ ਹੈ ਤਾਂ 295 ਤੁਹਾਡੇ 'ਤੇ ਲਾਗੂ ਨਹੀਂ ਹੋਏਗੀ। ਪਰ ਤੁਹਾਨੂੰ ਇਹ ਕੋਰਟ ਸਾਹਮਣੇ ਪ੍ਰੂਵ ਕਰਨਾ ਪਏਗਾ ਤੇ ਤੁਹਾਡੇ ਇਰਾਦੇ ਨੂੰ ਕੋਰਟ ਫੈਕਟਸ ਤੇ ਸਿਚੁਏਸ਼ਨ, ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਤੈਅ ਕਰੇਗੀ ਕਿ ਤੁਹਾਡੀ ਕੀ ਮਨਸ਼ਾ ਸੀ। ਜਿਵੇਂ ਇੱਕ ਉਦਾਹਰਣ ਹੈ, ਇੱਕ ਮੁਸਲਮਾਨ ਜਿਸ ਦਾ ਨਾਮ ਊ ਲਿਖਿਆ ਗਿਆ ਹੈ, ਇੱਕ ਮੁਸਲਮਾਨ ਜੋ ਮੁਸਲਿਮ ਧਰਮ ਨਾਲ ਸੰਬੰਧਿਤ ਹੈ ਤੇ ਉਹ ਮੰਦਿਰ, ਹਿੰਦੂ ਧਰਮ ਦਾ ਜੋ ਇੱਕ ਪਵਿੱਤਰ ਸਥਾਨ ਹੈ, ਮੰਦਿਰ ਦੇ ਬਰਾਮਦੇ ਵਿੱਚ ਸਿਗਰਟ ਸੁੱਟਦਾ ਹੈ ਤਾਂ ਇਸ ਨੂੰ ਅਣਜਾਣੇ ਵਿੱਚ ਹੋਇਆ ਕੰਮ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਤਾਂ ਅਜਿਹੀ ਕਾਰਵਾਈ IPC ਤਹਿਤ ਜੋ ਹੈ ਅਪਮਾਨਜਨਕ ਹੋਏਗੀ। ਮਸਜਿਦ ਜਾਂ ਮੰਦਿਰ ਦੇ ਅੰਦਰ ਜੇ ਤੁਸੀਂ ਸੈਕਸੁਅਲ ਰਿਲੇਸ਼ਨ ਬਣਾਉਂਦੇ ਹੋ, ਜਿਨਸੀ ਸੰਬੰਧ ਬਣਾਉਂਦੇ ਹੋ ਤਾਂ ਇਹ ਵੀ IPC ਦੀ ਧਾਰਾ 297 ਦੇ ਤਹਿਤ ਜੋ ਹੈ ਇਸ ਨੂੰ ਅਪਰਾਧ ਮੰਨਿਆ ਗਿਆ ਹੈ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲੇ ਇੱਕ ਖਬਰ ਨਸ਼ਰ ਹੋਈ ਸੀ ਕਿ ਟੀਚਰ ਵੱਲੋਂ ਸਟੂਡੈਂਟ ਨੂੰ ਕੁੱਟਦੇ ਹੋਏ ਥੱਪੜ ਉਸ ਦੀ ਦਸਤਾਰ 'ਤੇ ਵੱਜਣ ਕਰਕੇ ਘਰਦਿਆਂ ਵੱਲੋਂ 295 ਦਿਨ ਪਰਚੇ ਦੀ ਮੰਗ ਕੀਤੀ ਗਈ ਸੀ। ਪਰ ਟੀਚਰ ਵੱਲੋਂ ਕਿਹਾ ਗਿਆ ਸੀ ਉਸ ਦਾ ਪਰਪਸ ਸ਼ਰਾਰਤਾਂ ਕਰਦੇ ਬੱਚੇ ਨੂੰ ਸੁਧਾਰਨਾ ਸੀ, ਨਾ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ। ਇੱਕ ਮੂਵੀ ਆਈ ਸੀ, ਮੂਵੀ ਨਹੀਂ ਹੈ ਵੈਬ ਸੀਰੀਜ਼ ਹੈ, ਏ ਸੁਟੇਬਲ ਬॉय, ਜੋ ਕਿ ਨੈਟਫਲਿਕਸ 'ਤੇ ਆਈ ਸੀ। ਤਾਂ ਮੱਧ ਪ੍ਰਦੇਸ਼ ਪੁਲਿਸ ਨੇ ਜੋ ਹੈ ਮੰਦਿਰ ਦੇ ਵਿੱਚ ਜੇ ਕਿਸਿੰਗ ਸੀਨ ਦਰਸਾਏ ਗਏ ਸੀ ਤਾਂ ਪਰਚਾ ਦਰਜ ਕੀਤਾ ਸੀ। ਜਿਵੇਂ ਕਿ ਅਸੀਂ ਪੜ੍ਹ ਚੁੱਕੇ ਹਾਂ ਕਿ ਮੰਦਿਰ ਜਾਂ ਮਸਜਿਦ ਦੇ ਅੰਦਰ ਜੋ ਹੈ ਜਿਨਸੀ ਸੰਬੰਧ ਬਣਾਉਣਾ ਵੀ ਜੋ ਹੈ ਉਹ 297 ਦੇ ਅਧੀਨ ਅਪਰਾਧ ਮੰਨਿਆ ਜਾਏਗਾ। ਤਾਂ ਇਸੇ ਤਰੀਕੇ ਜਦੋਂ ਸਿੱਧੂ ਤੇ 295 ਦੀ ਤਲਵਾਰ ਮੰਡਾ ਰਹੀ ਸੀ ਤਾਂ ਉਸ ਵੱਲੋਂ ਕਿਹਾ ਗਿਆ ਕਿ ਮੇਰੀ ਮਾਈ ਭਾਗੋ ਦਾ ਅਪਮਾਨ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਜੇਕਰ ਫਿਰ ਵੀ ਕਿਸੇ ਨੂੰ ਦੁੱਖ ਲੱਗਿਆ ਤਾਂ ਮੈਂ ਮਾਫੀ ਮੰਗਦਾ। ਆਪਣੀ ਇਸ ਮਾਫੀ ਨੂੰ ਹੋਰ ਪੁਖਤਾ ਕਰਨ ਲਈ ਉਹ ਅਕਾਲ ਤਖਤ ਵੀ ਨਤਮਸਤਕ ਹੋਇਆ ਤੇ ਕਿਹਾ ਕਿ ਮੇਰੇ ਤੋਂ ਜੋ ਗਲਤੀ ਹੋਈ ਹੈ ਮੈਂ ਦੁਬਾਰਾ ਕਦੇ ਉਸ ਨੂੰ ਦੁਹਰਾਉਂਦਾ ਨਹੀਂ। ਬਸ ਇਸ ਘਟਨਾ ਤੋਂ ਬਾਅਦ ਹੀ ਸਿੱਧੂ ਵੱਲੋਂ 295 ਗੀਤ ਗਾਇਆ ਗਿਆ ਤੇ ਸਾਡੇ ਸਮਾਜ, ਧਰਮ ਤੇ ਸਰਕਾਰ ਦੀ ਸਾਰੀ ਪਰਤਾਂ 'ਤੇ ਸਾਡੀ ਝਾਤੀ ਮਰਾਉਂਦਿਆਂ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕੀਤਾ ਗਿਆ ਕਿ ਸਾਡੇ ਸਮਾਜ ਤੇ ਸਾਡੀ ਰਾਜਨੀਤਿਕ ਵਿਵਸਥਾ ਅੱਜ ਵੀ ਕਿੱਥੇ ਖੜ੍ਹੇ ਨੇ ਤੇ ਕਿਸ ਤਰੀਕੇ ਇੱਕ ਖੁੱਲ੍ਹੀ ਸੋਚ ਰੱਖਣ ਵਾਲੇ ਦੇ ਪੈਰਾਂ ਦੇ ਵਿੱਚ ਮੋਚ ਪਾਈ ਜਾਂਦੀ ਹੈ ਜੰਜੀਰਾਂ ਬੰਨ੍ਹ ਕੇ। ਸੋ ਇਸੇ ਕ੍ਰਮ ਦੇ ਵਿੱਚ ਧਾਰਾ 295 ਦੇ ਵਿੱਚ ਲਿਖਿਆ ਗਿਆ ਅਗਲਾ ਇੰਪੋਰਟੈਂਟ ਸ਼ਬਦ ਹੈ ਵਿਨਾਸ਼, ਨੁਕਸਾਨ ਜਾਂ ਅਪਵਿੱਤਰਤਾ। ਸੋ ਇੱਥੇ ਮੈਨੂੰ ਇਹ ਸਮਝਾਉਣ ਦੀ ਵੀ ਲੋੜ ਹੈ ਕਿ ਨੁਕਸਾਨ ਤੋਂ ਭਾਵ ਸਿਰਫ ਭੌਤਿਕ ਨੁਕਸਾਨ ਜਾਂ ਤੋੜ-ਫੋੜ ਤੋਂ ਨਹੀਂ ਹੈ, ਸਗੋਂ ਕਿਸੇ ਧਰਮ ਸਥਾਨ ਜਾਂ ਧਾਰਮਿਕ ਵਸਤੂ ਪ੍ਰਤੀ ਹੋਰਾਂ ਦੇ ਮਨ 'ਚ ਜ਼ਹਿਰ ਭਰਨਾ ਜਾਂ ਉਸ ਸਥਾਨ ਤੇ ਵਸਤੂ ਪ੍ਰਤੀ ਹੋਰਨਾਂ ਦੇ ਮਨ ਵਿੱਚ ਅਵਿਸ਼ਵਾਸ ਪੈਦਾ ਕਰਨਾ ਵੀ ਜੋ ਹੈ ਉਸ ਨੂੰ ਵੀ ਵਿਨਾਸ਼ ਹੀ ਮੰਨਿਆ ਜਾਏਗਾ। ਉਸ ਨੂੰ ਵੀ ਇਹ ਮੰਨਿਆ ਜਾਏਗਾ ਕਿ ਤੁਹਾਡੇ ਵੱਲੋਂ ਕਿਸੇ ਦੂਸਰੇ ਧਰਮ ਦੇ ਸਥਾਨ ਜਾਂ ਵਸਤੂ ਨੂੰ ਅਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਅਸੀਂ ਧਾਰਾ 295 ਇਹ ਬਾਰੇ ਜਾਣਾਂਗੇ ਜਿਸ ਵਿੱਚ 295 ਵਾਲੇ ਐਲੀਮੈਂਟਸ ਦੇ ਨਾਲ ਇੱਕ ਗੱਲ ਹੋਰ ਜੋੜ ਦਿੱਤੀ ਗਈ ਹੈ ਕਿ ਤੁਹਾਡੇ ਕਹੇ ਅਪਸ਼ਬਦਾਂ ਨਾਲ ਨਾ ਸਿਰਫ ਕਿਸੇ ਵਰਗ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ, ਸਗੋਂ ਭਾਵਨਾਵਾਂ ਨੂੰ ਭੜਕਾ ਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਕਰ ਦਿੱਤੀ ਗਈ ਹੋਵੇ। ਭਾਵ ਦੋ ਵਰਗ ਇੱਕ ਦੂਜੇ ਦੇ ਆਮਣੇ ਸਾਹਮਣੇ ਹੋਣ ਨੂੰ ਵੀ ਤਿਆਰ ਹੋ ਗਏ ਹੋਣ।
ਵੈਸੇ ਤਾਂ ਬਹੁਤੇ ਕੇਸਾਂ 'ਚ 295 ਵਾਲੀ ਗਤੀਵਿਧੀਆਂ ਹੀ ਕੀਤੀਆਂ ਗਈਆਂ ਹੁੰਦੀਆਂ ਨੇ, ਪਰ 295 ਅਧੀਨ ਜ਼ਿਆਦਾ ਸਜ਼ਾ ਦਾ ਪ੍ਰਾਵਧਾਨ ਹੋਣ ਕਰਕੇ 3 ਸਾਲ ਦੀ ਸਜ਼ਾ ਇਹਦੇ ਵਿੱਚ ਵੱਖ-ਵੱਖ ਧਾਰਮਿਕ ਵਰਗਾਂ ਵੱਲੋਂ ਜ਼ਿਆਦਾਤਰ 295 ਏ ਅਧੀਨ ਪਰਚਾ ਕਰਾਉਣ ਲਈ ਦਬਾਅ ਜੋ ਹੈ ਉਹ ਬਣਾਇਆ ਜਾਂਦਾ ਨੇ ਹੈ। 295 ਏ ਦੇ ਹਾਲੀਆ ਉਦਾਹਰਨ ਜਿਹੜੇ ਨੇ ਉਹ ਹੈ ਨੂਪੁਰ ਸ਼ਰਮਾ, ਜਸਟ 2 ਜੂਨ ਦੀ ਗੱਲ ਹੈ। ਅੱਜ ਮੈਂ ਵੀਡੀਓ 8 ਜੂਨ ਨੂੰ ਰਿਕਾਰਡ ਕਰ ਰਿਹਾ ਹਾਂ। ਤਾਂ ਬੀਜੇਪੀ ਦੇ ਸਪੋਕਸਪਰਸਨ ਨੇ ਔਰ ਇਹਨਾਂ ਨੇ ਪ੍ਰੋਫੈਟ ਮੁਹੰਮਦ ਬਾਰੇ ਜੋ ਹੈ ਉਹ ਇੱਕ ਲਾਈਵ ਚੱਲਦੇ ਸ਼ੋਅ ਦੇ ਵਿੱਚ ਜੋ ਅਪਸ਼ਬਦ ਵਰਤੇ ਨੇ। ਉਸੇ ਤਰੀਕੇ ਜੋ ਭਾਰਤੀ ਸਿੰਘ ਨੇ ਉਹਨਾਂ ਨੇ ਵੀ ਜੋ ਹੈ ਸਿੱਖਾਂ ਦੇ ਪ੍ਰਤੀ ਜੋ ਸਾਡੀ ਘੱਟ ਗਿਣਤੀ ਵਰਗ ਹੈ, ਇਹਨਾਂ ਘੱਟ ਗਿਣਤੀ ਵਰਗਾਂ ਪ੍ਰਤੀ ਜੋ ਹੈ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ ਵੀ ਲਾਈਵ ਚੱਲਦੇ ਸ਼ੋਅ ਦੇ ਵਿੱਚ। ਸੋ ਇਹ ਤੁਸੀਂ ਜਸਟ ਰੀਸੈਂਟ ਦੇ ਵਿੱਚ ਸਾਰਾ ਪੜ੍ਹਿਆ ਹੋਏਗਾ ਜਾਂ ਸੁਣਿਆ ਹੋਏਗਾ ਕਿਸੇ ਨਾ ਕਿਸੇ ਜਗ੍ਹਾ 'ਤੇ। ਜਦੋਂ ਕੈਪਟਨ ਸਾਹਿਬ ਸਾਡੇ CM ਸੀ ਅਤੇ ਪੰਜਾਬ 'ਚ ਜਦੋਂ ਬੇਅਦਬੀ ਦੇ ਘਟਨਾਵਾਂ ਵੱਧ ਰਹੀਆਂ ਸਨ, ਉਦੋਂ ਪੰਜਾਬ ਸਰਕਾਰ ਵੱਲੋਂ IPC ਦੇ ਵਿੱਚ ਇੱਕ ਨਵੀਂ ਧਾਰਾ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਵਾਇਦ ਕੀਤੀ ਗਈ 295 AA। ਇਸ ਧਾਰਾ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ 4 ਜਿਹੜੀਆਂ ਹੋਲੀ ਬੁੱਕਸ ਨੇ, ਪਵਿੱਤਰ ਬੁੱਕਸ ਨੇ, ਕਿਤਾਬਾਂ ਨੇ, ਗੀਤਾ, ਕੁਰਾਨ, ਗੁਰੂ ਗ੍ਰੰਥ ਸਾਹਿਬ ਅਤੇ ਬਾਈਬਲ, ਇਹਨਾਂ ਦੀ ਬੇਅਦਬੀ ਕਰੇਗਾ ਤਾਂ ਉਸ ਨੂੰ ਆਜੀਵਨ ਕਾਰਾਵਾਸ ਦੀ ਸਜ਼ਾ ਦਿੱਤੀ ਜਾਵੇ। ਮਤਲਬ 3 ਸਾਲ ਸਫੀਸ਼ੀਐਂਟ ਨਹੀਂ ਹੈ, 2 ਸਾਲ ਸਫੀਸ਼ੀਐਂਟ ਨਹੀਂ ਹੈ, 1 ਸਾਲ ਜੋ ਤੁਸੀਂ ਸਜ਼ਾਵਾਂ ਦੇ ਰਹੇ ਹੋ ਆਲਰੇਡੀ 295, 295 ਏ ਜਾਂ 297 ਦੇ ਵਿੱਚ, ਉਹ ਸਫੀਸ਼ੀਐਂਟ ਨਹੀਂ ਹੈ। ਉਹਨਾਂ ਨੇ ਕਿਹਾ ਕਿ 295 AA ਐਡ ਕੀਤੀ ਜਾਵੇ, ਆਜੀਵਨ ਕਾਰਾਵਾਸ ਜੋ ਹੈ ਉਹ ਦਿੱਤਾ ਜਾਵੇ। ਸੋ ਅਗਲੀ ਧਾਰਾ ਹੈ ਧਾਰਾ 298। ਧਾਰਾ 298 ਵੀ ਲਗਭਗ 295 ਦਾ ਹੀ ਰੈਪੀਟੀਸ਼ਨ ਹੈ, ਜਿਸ ਵਿੱਚ ਅਪਮਾਨਜਨਕ ਸ਼ਬਦਾਂ ਨੂੰ ਬੋਲਣ ਤੋਂ ਇਲਾਵਾ ਇਸ਼ਾਰਿਆਂ ਨਾਲ ਵੀ ਉਹਨਾਂ ਦੀ ਜੇ ਅਭਿਵਿਅਕਤੀ ਕਰਦੇ ਹੋ ਤਾਂ ਉਸ ਨੂੰ ਵੀ ਇੱਕ ਜੁਰਮ ਜੋ ਹੈ ਉਹ ਦੱਸਿਆ ਗਿਆ ਹੈ। ਅਗਲੀ ਧਾਰਾ ਹੈ 296। ਧਾਰਾ 296 IPC 'ਚ ਇਸ ਲਈ ਸ਼ਾਮਲ ਕੀਤੀ ਗਈ ਕਿ ਕਿਸੇ ਧਾਰਮਿਕ ਕਰਮਕਾਂਡ ਜਾਂ ਪ੍ਰਚਾਰ ਲਈ, ਜਿਵੇਂ ਜਲੂਸ ਲਈ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਹੈ, ਸੋ ਕਿਸੇ ਧਾਰਮਿਕ ਕਰਮਕਾਂਡ ਜਾਂ ਪ੍ਰਚਾਰ ਲਈ ਇਕੱਠੇ ਹੋਏ ਵਿਅਕਤੀਆਂ ਦੇ ਸਮੂਹ ਨੂੰ ਕੋਈ ਤੰਗ ਨਾ ਕਰ ਸਕੇ ਅਤੇ ਉਹ ਸਮੂਹ ਸੰਵਿਧਾਨ 'ਚ ਲਿਖੀ ਧਾਰਮਿਕ ਆਜ਼ਾਦੀ ਜੋ ਆਰਟੀਕਲ 25 ਤੋਂ 28 ਦੇ ਵਿੱਚ ਲਿਖੀ ਗਈ ਹੈ, ਉਸ ਧਾਰਮਿਕ ਆਜ਼ਾਦੀ ਦਾ ਆਨੰਦ ਮਾਣ ਸਕਣ। ਲੇਕਿਨ ਧਾਰਾ 296 ਦੇ ਵੀ ਕੁਝ ਸ਼ਰਤਾਂ ਨੇ, ਬਸ਼ਰਤੇ ਅਜਿਹਾ ਇਕੱਠ ਜੋ ਹੈ ਉਹ ਸਰਕਾਰੀ ਮਨਜ਼ੂਰੀ ਨਾਲ ਹੋਇਆ ਹੋਵੇ, ਆਪਣੀ ਮਰਜ਼ੀ ਨਾਲ ਕਿਤੇ ਵੀ ਨਹੀਂ ਤੁਰ ਪੈਣਾ ਹੈ, ਅਤੇ ਦੋਸ਼ੀ ਦੀ ਮਨਸ਼ਾ ਜਾਣ-ਬੁੱਝ ਕੇ ਉਸ ਸਮੂਹ ਦੀਆਂ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ 'ਚ ਵਿਘਨ ਪਾਉਣਾ ਹੋਵੇ। ਸੋ ਇਹੋ ਜਿਹੇ ਕੇਸ ਦੇ ਵਿੱਚ ਜੋ ਹੈ ਉਹ ਧਾਰਾ 296 ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਸ ਦੇ ਨਾਲ ਹੀ ਮੈਂ ਭਾਰਤ ਦੇ ਵਿੱਚ ਧਰਮ ਦੇ ਅਪਮਾਨ ਨਾਲ ਸੰਬੰਧਿਤ ਅਪਰਾਧਾਂ ਨੂੰ ਸਮਝਾਉਂਦੇ ਹੋਏ ਧਾਰਾ 295 ਤੋਂ 298 ਨੂੰ ਸਿਖਾਇਆ ਹੈ, ਉਹ ਵੀ ਆਪਣੀ ਮਾਂ ਬੋਲੀ ਪੰਜਾਬੀ 'ਚ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਭਵਿੱਖ ਵਿੱਚ ਅਜਿਹੀ ਹੋਰ ਨੌਲੇਜੇਬਲ ਵੀਡੀਓਜ਼ ਬਣਾਉਣ ਦੀ ਸਮਰੱਥਾ ਰੱਖਦਾ ਹਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੀ ਹੌਸਲਾ ਅਫਜ਼ਾਈ ਕਰੋ। ਥੈਂਕ ਯੂ, ਧੰਨਵਾਦ।